बेटा पिछला लैक्चर जो असी लिया सी उस दे विच असी कीता सी कि इकनॉमिक्स दा मीनिंग की हुंदा गा। अज असी शुरू करन लगे हां पुत्तर 6 सप्टंबर नूं असी शुरू करन लगे हां साडा अगला टॉपिक। साडा अगला टॉपिक है बेटा जी व्हाट इज़ द मीनिंग ऑफ इकनॉमिक्स, व्हाट इज़ द नेचर एंड scope of the economics of the microeconomics. So today's date is 6 September ਤੇ ਸੰਡੇ ਨੂੰ ਅਸੀਂ ਕਰ ਰਹੇ ਹਾਂ ਬੇਟਾ ਇਹ ਲੈਕਚਰ। ਜੋ ਪਿਛਲੇ ਲੈਕਚਰ ਦੇ ਵਿੱਚ ਕੀਤਾ ਸੀ ਬੇਟਾ ਡੈਫੀਨੇਸ਼ਨ ਆਫ ਇਕਨੋਮਿਕਸ, ਸਿੰਪਲ ਡੈਫੀਨੇਸ਼ਨ, ਬੇਸਿਕ ਡੈਫੀਨੇਸ਼ਨ ਉਹ ਦਿੱਤੀ ਸੀ ਬੇਟਾ ਐਡਮ ਸਮਿਥ ਨੇ। ਐਡਮ ਸਮਿਥ ਨੂੰ ਫਾਦਰ ਆਫ ਇਕਨੋਮਿਕਸ ਕਿਹਾ ਜਾਂਦਾ ਗਾ। ਉਹਨਾਂ ਦੀ 1776 ਦੇ ਵਿੱਚ ਬੁੱਕ ਆਈ ਸੀ ਬੇਟਾ ਐਨ ਇਨਕੁਆਰੀ ਇਨਟੂ ਨੇਚਰ ਐਂਡ ਕਾਜ਼ਸ ਆਫ ਵੈਲਥ ਆਫ ਨੇਸ਼ਨ। ਸੋ ਉਹਨਾਂ ਦੀ ਡੈਫੀਨੇਸ਼ਨ ਦੇ ਅਕੋਰਡਿੰਗ ਅਸੀਂ ਇਕਨੋਮਿਕਸ ਨੂੰ ਬੇਟਾ ਐਜ਼ ਅ ਪ੍ਰੈਕਟੀਕਲ ਸਾਇੰਸ ਆਫ ਪ੍ਰੋਡਕਸ਼ਨ ਐਂਡ ਡਿਸਟ੍ਰੀਬਿਊਸ਼ਨ ਆਫ ਵੈਲਥ ਦੇ ਤੌਰ 'ਤੇ ਲੈਂਦੇ ਹਾਂ। ਤੁਸੀਂ ਪਿਛਲੇ ਚੈਪਟਰ ਦੇ ਵਿੱਚ ਪਿਛਲੇ ਟੌਪਿਕ ਦੇ ਵਿੱਚ ਦੇਖ ਚੁੱਕੇ ਹੋ ਬੇਟਾ ਚੰਗੀ ਤਰ੍ਹਾਂ ਇਹ। ਉਸ ਤੋਂ ਬਾਅਦ ਬੇਟਾ ਇਕਨੋਮਿਕਸ ਦੀ ਡੈਫੀਨੇਸ਼ਨ ਦੇ ਵਿੱਚ ਬੇਸਿਕਲੀ ਸਾਰੀਆਂ ਡੈਫੀਨੇਸ਼ਨਸ ਨੂੰ ਮਿਲਾਉਣ ਤੋਂ ਬਾਅਦ ਅਸੀਂ ਕਹਿ ਸਕਦੇ ਹਾਂ ਇਕਨੋਮਿਕਸ ਇਜ਼ ਦਾ ਸੋਸ਼ਲ ਸਾਇੰਸ। ਇਹ ਸੋਸ਼ਲ ਸਾਇੰਸ ਹੈ ਬੇਟਾ, ਸੋਸਾਇਟੀ ਨਾਲ ਰਿਲੇਟਡ ਹੈ, ਪੀਪਲ ਨਾਲ ਰਿਲੇਟਡ ਹੈ। ਦੈਟ ਐਗਜ਼ਾਮਿਨ ਹਾਊ ਪੀਪਲ ਚੂਜ਼ ਟੂ ਯੂਜ਼ ਲਿਮਟਡ ਐਂਡ ਸਕੇਅਰਸ ਰਿਸੋਰਸਿਸ। ਕਿਸ ਤਰ੍ਹਾਂ ਅਸੀਂ ਆਪਣੇ ਲਿਮਟਡ ਰਿਸੋਰਸਿਸ ਨੂੰ ਯੂਜ਼ ਕਰਨ ਤੋਂ ਬਾਅਦ ਆਪਣੀਆਂ ਅਨਲਿਮਟਡ ਵਾਂਟਸ ਨੂੰ ਸੈਟਿਸਫਾਈ ਕਰਨ ਲਈ ਅਟੈਂਪਟ ਕਰਦੇ ਹਾਂ। ਦੈਟ ਇਜ਼ ਦ ਮੀਨਿੰਗ ਆਫ ਇਕਨੋਮਿਕਸ, ਬੇਸਿਕ ਮੀਨਿੰਗ ਆਫ ਇਕਨੋਮਿਕਸ। ਦੈਨ ਉਸ ਤੋਂ ਬਾਅਦ ਬੇਟਾ ਜੀ ਅਸੀਂ ਕਰ ਰਹੇ ਹਾਂ ਅੱਗੇ ਸਕੋਪ ਆਫ ਇਕਨੋਮਿਕਸ। ਸਕੋਪ ਆਫ ਇਕਨੋਮਿਕਸ ਦਾ ਮਤਲਬ ਬੇਟਾ ਇਕਨੋਮਿਕਸ ਜਿੰਨੇ ਵੀ ਸੈਕਟਰਸ ਦੇ ਵਿੱਚ ਯੂਜ਼ ਹੁੰਦੀ ਹੈ, ਜਿੱਥੇ ਵੀ ਇਕਨੋਮਿਕਸ ਯੂਜ਼ ਹੁੰਦੀ ਆ, ਦੈਟ ਇਜ਼ ਸਕੋਪ ਆਫ ਇਕਨੋਮਿਕ। ਇਕਨੋਮਿਕਸ ਦੇ ਵਿੱਚ ਅਸੀਂ ਜੋ ਚੀਜ਼ਾਂ ਦੀ ਵੀ ਸਟੱਡੀ ਕਰਾਂਗੇ ਉਹ ਸਾਰਾ ਸਕੋਪ ਆਫ ਇਕਨੋਮਿਕਸ ਦੇ ਅੰਡਰ ਆਏਗਾ। ਸੋ ਇਕਨੋਮਿਕਸ ਨੂੰ ਯੂਜ਼ ਕਰਨ ਵੇਲੇ ਸਭ ਤੋਂ ਪਹਿਲਾਂ ਬੇਟਾ ਕਿਸੇ ਵੀ ਚੀਜ਼ ਦਾ ਪ੍ਰਾਈਸ ਫਿਕਸ ਕਰਨਾ ਹੁੰਦਾ, ਕਿਸੇ ਵੀ ਸਿੰਗਲ ਕਮੋਡਿਟੀ ਦਾ ਜਦੋਂ ਅਸੀਂ ਪ੍ਰਾਈਸ ਫਿਕਸ ਕਰਨਾ ਹੁੰਦਾ ਤਾਂ ਉਸ ਟਾਈਮ ਬੇਟਾ ਜੀ ਅਸੀਂ ਇਕਨੋਮਿਕਸ ਯੂਜ਼ ਕਰਦੇ ਆਂਗੇ। ਸਭ ਤੋਂ ਪਹਿਲਾ ਮੋਸਟ ਇੰਪੋਰਟੈਂਟ ਟੌਪਿਕ ਹੈ ਕਮੋਡਿਟੀ ਪ੍ਰਾਈਸਿੰਗ। ਦ ਸੈਕਿੰਡ ਵਨ ਇਜ਼ ਫੈਕਟਰ ਪ੍ਰਾਈਸਿੰਗ ਥਿਊਰੀ। ਫੈਕਟਰਸ ਦੇ ਪ੍ਰਾਈਸ ਡਿਸਾਈਡ ਕਰਨ ਵੇਲੇ ਬੇਟਾ ਇਕਨੋਮਿਕਸ ਦਾ ਯੂਜ਼ ਕਰਦੇ ਆਂਗੇ। ਸਾਡੇ 4 ਇਕਨੋਮਿਕਸ ਦੇ ਵਿੱਚ ਮੇਨ ਫੈਕਟਰਸ ਨੇ ਲੈਂਡ, ਲੇਬਰ, ਐਂਟਰਪ੍ਰੇਨਿਓਰ ਐਂਡ ਕੈਪੀਟਲ। ਜਦੋਂ ਉਹਨਾਂ ਚਾਰਾਂ ਨੂੰ ਅਸੀਂ ਪ੍ਰਾਈਸਿੰਗ ਕਰਨੀ ਹੈ ਬੇਟਾ ਤਾਂ ਉਸ ਟਾਈਮ ਅਸੀਂ ਇਕਨੋਮਿਕਸ ਹੀ ਯੂਜ਼ ਕਰਦੇ ਹਾਂ। ਦੈਨ ਥਿਊਰੀ ਆਫ ਇਕਨੋਮਿਕ ਵੈਲਫੇਅਰ ਦੇ ਵਿੱਚ ਗੌਰਮੈਂਟ ਨੇ ਕੋਈ ਵੀ ਪੋਲਿਸੀ ਬਣਾਉਣੀ ਹੈ, ਚਾਹੇ ਉਹ ਟੈਕਸ ਨਾਲ ਰਿਲੇਟਡ ਹੋਵੇ, ਚਾਹੇ ਐਕਸਪੈਂਡੀਚਰ ਨਾਲ ਰਿਲੇਟਡ ਹੋਵੇ, ਉਸ ਟਾਈਮ ਇਕਨੋਮਿਕਸ ਦੀ ਥਿਊਰੀਜ਼ ਨੂੰ ਯੂਜ਼ ਕੀਤਾ ਜਾਂਦਾ ਹੈਗਾ। ਆਪਟੀਮਮ ਯੂਟੀਲਾਈਜੇਸ਼ਨ ਆਫ ਰਿਸੋਰਸਿਸ, ਜੋ ਸਾਡੇ ਕੋਲ ਲਿਮਟਡ ਰਿਸੋਰਸਿਸ ਨੇ ਉਹਨਾਂ ਦੀ ਆਪਟੀਮਮ ਯੂਟੀਲਾਈਜੇਸ਼ਨ ਕਰਨ ਦੇ ਲਈ ਅਸੀਂ ਚਾਹੁੰਦੇ ਹਾਂ ਮਿਨੀਮਮ ਕਾਸਟ ਹੋਵੇ, ਮੈਕਸੀਮਮ ਪ੍ਰੋਫਿਟ ਹੋਣਾ ਚਾਹੀਦਾ ਹੈਗਾ, ਮੈਕਸੀਮਮ ਪ੍ਰੋਫਿਟ ਹੋਣਾ ਚਾਹੀਦਾ ਹੈਗਾ। ਸੋ ਉਸ ਟਾਈਮ ਅਸੀਂ ਇਕਨੋਮਿਕਸ ਥਿਊਰੀਜ਼ ਨੂੰ ਯੂਜ਼ ਕਰਦੇ ਹਾਂ। ਦੈਨ ਡਿਮਾਂਡ ਐਨਾਲਿਸਿਸ, ਪ੍ਰਾਈਸ ਫਿਕਸ ਕਰਨਾ ਹੈ। ਸਪਲਾਈ ਐਂਡ ਡਿਮਾਂਡ ਨਾਲ ਰਿਲੇਟਡ ਜਿੰਨੀਆਂ ਵੀ ਥਿਊਰੀਜ਼ ਨੇ ਬੇਟਾ ਉਹ ਸਾਰੀਆਂ ਇਕਨੋਮਿਕਸ ਦਾ ਹੀ ਪਾਰਟ ਨੇ। ਕਾਸਟ ਐਨਾਲਿਸਿਸ ਹੋ ਗਿਆ, ਫ੍ਰੀ ਮਾਰਕੀਟ ਇਕੋਨਮੀ, ਪ੍ਰੋਡਕਸ਼ਨ ਡਿਸੀਜਨ ਆਪਟੀਮਾਈਜੇਸ਼ਨ ਦੇ ਲਈ ਬੇਟਾ ਕਿਹੜੀ ਚੀਜ਼ ਪ੍ਰੋਡਿਊਸ ਕੀਤੀ ਜਾਵੇ, ਕਿਹੜੇ ਫੈਕਟਰਸ ਨਾਲ ਪ੍ਰੋਡਿਊਸ ਕੀਤੀ ਜਾਵੇ, ਲੇਬਰ ਜ਼ਿਆਦਾ ਯੂਜ਼ ਕੀਤੀ ਜਾਵੇ, ਕੈਪੀਟਲ ਜ਼ਿਆਦਾ ਯੂਜ਼ ਕੀਤੀ ਜਾਵੇ ਤਾਂ ਜੋ ਮੈਕਸੀਮਮ ਪ੍ਰੋਫਿਟ ਹੋਵੇ ਅਤੇ ਮਿਨੀਮਮ ਕਾਸਟ ਹੋਵੇ, ਉਸ ਨੂੰ ਅਸੀਂ ਪ੍ਰੋਡਕਸ਼ਨ ਡਿਸੀਜਨ ਆਪਟੀਮਾਈਜੇਸ਼ਨ ਦੇ ਵਿੱਚ ਇਕਨੋਮਿਕਸ ਥਿਊਰੀਜ਼ ਨੂੰ ਯੂਜ਼ ਕਰਦੇ ਹਾਂ। ਦੈਨ ਪ੍ਰਾਈਸਿੰਗ ਪੋਲਿਸੀ ਹੋ ਗਈ ਬੇਟਾ, ਜਨਰਲ ਪ੍ਰਾਈਸ ਲੈਵਲ ਹੋ ਗਿਆ, ਇੰਡੀਵਿਜੂਅਲ ਪਰਟੀਕੂਲਰ ਕਮੋਡਿਟੀ ਦਾ ਪ੍ਰਾਈਸ ਲੈਵਲ ਹੋ ਗਿਆ, ਉਹਨਾਂ ਨੂੰ ਫਿਕਸ ਕਰਨ ਦੇ ਵੇਲੇ ਅਸੀਂ ਇਕਨੋਮਿਕਸ ਦੀਆਂ ਥਿਊਰੀਜ਼ ਨੂੰ ਯੂਜ਼ ਕਰਦੇ ਹਾਂ। ਦੈਨ ਫਾਰਮੂਲੇਸ਼ਨ ਆਫ ਪਬਲਿਕ ਇਕਨੋਮਿਕ ਪੋਲਿਸੀਜ਼, ਜਦੋਂ ਸਰਕਾਰ ਨੇ ਪਬਲਿਕ ਇਕਨੋਮਿਕ ਪੋਲਿਸੀ ਬਣਾਉਣੀ ਹੈ, फॉर एग्जाम्पल इनकम टैक्स लगाना है, पर कैपिटा इनकम देखनी है, या फिर टोटल एक्सपेंडिचर करना गौरमेंट ने पब्लिक वैलफेयर के लिए, उस वेले इकनोमिक्स दी ही बहुत सारिया थ्योरीज में यूज़ किया जाता, वैलफेयर इकनोमिक्स में यूज़ किया जाता। दैन बेटा हैल्पफुल इन फॉरन ट्रेड के भी बहुत हैल्पफुल है इकनोमिक्स। असी इंपोर्ट एक्सपोर्ट इंपोर्ट सबसटीट्यूशन वगैरह सब नू इकनोमिक्स दी थ्योरीज के ही पढ़ते हैं। सो इकनोमिक्स बहुत सारे सैक्टर से भी यूज़ होंगी है, जिथे जिथे भी इकनोमिक्स यूज़ होंगी है बेटा वो सारा ਸਕੋਪ ਦੇ ਅੰਡਰ ਆਉਂਦਾ, ਸਕੋਪ ਆਫ ਇਕਨੋਮਿਕਸ। ਤੁਸੀਂ ਹੋਰ ਵੀ ਪੁਆਇੰਟਸ ਐਡ ਕਰ ਸਕਦੇ ਹੋ ਬੇਟਾ, ਇਹ ਸਾਰੇ ਬੇਸਿਕ ਪੁਆਇੰਟਸ ਨੇ। ਦੈਨ ਉਸ ਤੋਂ ਬਾਅਦ ਆ ਜਾਂਦਾ ਬੇਟਾ ਜੀ ਵਾਟ ਇਜ਼ ਦੀ ਨੇਚਰ ਆਫ ਇਕਨੋਮਿਕਸ। ਇਕਨੋਮਿਕਸ ਦੀ ਨੇਚਰ ਕੀ ਹੈ ਬੇਟਾ, ਇਹਨੂੰ ਬੇਟਾ ਅਸੀਂ ਬੇਸਿਕਲੀ 2 ਪੁਆਇੰਟਸ ਦੇ ਵਿੱਚ ਕਰਾਂਗੇ ਕਿ ਇਕਨੋਮਿਕਸ ਸਾਇੰਸ ਹੈ ਔਰ ਇਕਨੋਮਿਕਸ ਇਜ਼ ਅ ਆਰਟ। ਸੈਕਿੰਡ ਅਸੀਂ ਦੇਖਾਂਗੇ ਬੇਟਾ ਜੀ ਇਕਨੋਮਿਕਸ ਇੱਕ ਸੋਸ਼ਲ ਸਾਇੰਸ ਹੈ, बट इंपॉर्टेंट दो ही ने बेटा, एक तो पहला पॉइंट है इकनॉमिक्स इज़ अ साइंस और अ आर्ट, सेकेंड इज़ इकनॉमिक्स इज़ बोथ पॉजिटिव एंड नॉर्मेटिव साइंस। सो पहला असी कर रहे हैं बेटा इकनॉमिक्स एज अ साइंस। साइंस के बेटा असी फैक्ट्स नूं इकट्ठा करते हैं, उस तो बाद ऑब्जरवेशनस करते हैं, तो उस तो बाद एक्सपैरीमेंट बेस्ड असी रिजल्ट्स कढ़ते हैं। सो इकनॉमिक्स बेसिकली अपनी नेचर के साइंस है बेटा जी। इट इज़ अ साइंस इन द सेंस इट इज़ अ सिस्टमैटिक नॉलेज
derived from scientific study, observations and experiments based on scientific methods। ਇਸ ਦੇ ਵਿੱਚ ਵੀ ਅਸੀਂ scientific method use ਕਰਦੇ ਹਾਂ, scientific study ਕਰਦੇ ਹਾਂ, facts ਲੈਂਦੇ ਹਾਂ, figures ਲੈਂਦੇ ਹਾਂ, ਡਾਟਾ ਲੈਂਦੇ ਹਾਂ, ਉਸ ਤੋਂ ਬਾਅਦ ਉਸਨੂੰ observe ਕਰਨ ਤੋਂ ਬਾਅਦ ਅਸੀਂ results ਕੱਢਦੇ ਹਾਂ। ਸੋ economics is a science। ਸੈਕਿੰਡ ਹੈ ਬੇਟਾ economics as an art। economics art ਵੀ ਹੈ। ਬੇਸਿਕਲੀ ਆਰਟ ਦਾ ਸਿਸਟਮ ਕੀ ਹੈ ਬੇਟਾ ਜੀ? ਆਰਟ ਇਜ਼ ਅ ਸਿਸਟਮ ਆਫ ਰੂਲਸ ਫॉर द ਅਟੇਨਮੈਂਟ ਆਫ ਗਿਵਨ ਐਂਡ। ਜਦੋਂ ਅਸੀਂ ਆਪਣੇ ਆਰਟ ਨੂੰ ਯੂਜ਼ ਕਰ ਦਿਆਂਗੇ ਇੱਕ ਪਰਟੀਕੂਲਰ ਜੋ ਅਸੀਂ ਐਂਡ ਜਾਂ ਫਿਰ ਆਪਣਾ ਗੋਲ ਅਚੀਵ ਕਰਨਾ ਹੈ, ਆਰਟ ਨੂੰ ਯੂਜ਼ ਕਰਨਾ, ਉਹ ਇਕਨੋਮਿਕਸ ਦਾ ਪਾਰਟ ਹੈ ਬੇਟਾ। ਸੋ ਦੇਅਰ ਆਰ several branches of economics which provide practical guidance। ਪ੍ਰੈਕਟੀਕਲੀ ਜਦੋਂ ਅਸੀਂ ਨੌਲੇਜ ਨੂੰ ਯੂਜ਼ ਕਰਦੇ ਹਾਂ ਕਿਸੇ ਵੀ ਇਕਨੋਮਿਕ ਪ੍ਰੋਬਲਮ ਨੂੰ ਸੋਲਵ ਕਰਨ ਦੇ ਲਈ, ਸੋ ਅਸੀਂ ਕਹਿ ਸਕਦੇ ਹਾਂ ਬੇਟਾ it is a science in its methodology and an art in its application। so economics science भी है ते आर्ट्स भी है। then next आ गया बेटा जी economics positive science है या normative science है? positive science बेटा जो सानू दसदी है what it is। normative science है ਜਿਹੜੀ ਉਹ ਦੱਸਦੀ ਹੈ ਸਾਨੂੰ what it ought to be, what it should to be, ਕੀ ਹੋਣਾ ਚਾਹੀਦਾ ਸੀ। positive science ਦੱਸਦੀ ਹੈ what is this, ਇਹ ਕੀ ਹੈ। ਨੋਰਮੇਟਿਵ ਸਾਇੰਸ ਦੱਸਦੀ ਹੈ ਕੀ ਹੋਣਾ ਚਾਹੀਦਾ ਸੀ। ਸੋ ਬੇਟਾ ਜੀ ਇਕਨੋਮਿਕਸ ਦੇ ਵਿੱਚ ਅਸੀਂ ਬੇਰੁਜ਼ਗਾਰੀ ਕੀ ਹੈ, ਗਰੀਬੀ ਕੀ ਹੈ, ਕਿੰਨੀ ਹੈ, ਰਾਸ਼ਟਰੀ ਆਮਦਨ ਕਿੰਨੀ ਹੈ, ਇਹ ਸਾਰੀਆਂ ਚੀਜ਼ਾਂ ਦੀ ਗੱਲ ਕਰਦੇ ਹਾਂ। ਇਟ ਮੀਨਸ ਜਿਹੜੀ ਇਕਨੋਮਿਕਸ ਆ ਉਹ ਪੋਜ਼ੀਟਿਵ ਇਕਨੋਮਿਕਸ ਹੈ। ਸੈਕਿੰਡ ਹੈ ਬੇਟਾ ਨੋਰਮੇਟਿਵ ਸਾਇੰਸ। ਨੋਰਮੇਟਿਵ ਸਾਇੰਸ ਆ ਬੇਟਾ ਜੀ ਉਹਦੇ ਵਿੱਚ ਅਸੀਂ ਡਿਸੀਜਨ ਮੇਕਿੰਗ ਦੇਖਦੇ ਹਾਂ, ਵੈਲਿਊ ਜਜਮੈਂਟ ਦੇਖਦੇ ਹਾਂ ਕਿ ਗੁੱਡ ਐਂਡ ਬੈਡ ਦੇ ਵਿੱਚ ਅਸੀਂ ਸਾਨੂੰ ਡਿਸਟਿੰਕਸ਼ਨ ਕਰਨੀ ਪੈਂਦੀ ਹੈ ਕੀ ਹੋਣਾ ਚਾਹੀਦਾ ਹੈ। ਕੀ ਸਰਕਾਰ ਨੂੰ ਪਰ ਕੈਪੀਟਾ ਇਨਕਮ ਇਨਕਰੀਜ਼ ਕਰਨ ਵਾਸਤੇ ਕਿਹੜੀਆਂ ਪੋਲਿਸੀਜ਼ ਅਪਣਾਉਣੀਆਂ ਚਾਹੀਦੀਆਂ, ਕੀ ਸਰਕਾਰ ਨੂੰ ਟੈਕਸ ਰੇਟ ਵਧਾਉਣਾ ਚਾਹੀਦਾ ਹੈ, ਕੀ ਸਰਕਾਰ ਨੂੰ ਜੋ ਪਬਲਿਕ ਐਕਸਪੈਂਡੀਚਰ ਹੈ ਉਹਨੂੰ ਘੱਟ ਕਰਨਾ ਚਾਹੀਦਾ ਹੈ ਆਪਣੇ ਖਰਚਿਆਂ ਦੇ ਲਈ। ਸੋ ਇਹ ਸਾਰੀਆਂ ਚੀਜ਼ਾਂ ਵੀ ਇਕਨੋਮਿਕਸ ਦੇ ਵਿੱਚ ਆਉਂਦੀਆਂ। ਇਹਦਾ ਮਤਲਬ ਇਕਨੋਮਿਕਸ ਇਜ਼ ਬੋਥ ਪੋਜ਼ੀਟਿਵ ਐਂਡ ਨੋਰਮੇਟਿਵ ਸਾਇੰਸ ਇਨ ਇਟਸ ਨੇਚਰ। ਦੈਨ ਬੇਟਾ ਇਹ ਡਿਫਰੈਂਸ ਹੈ ਪੋਜ਼ੀਟਿਵ ਐਂਡ ਨੋਰਮੇਟਿਵ ਸਾਇੰਸ ਦਾ ਇਕਨੋਮਿਕਸ ਦਾ। ਪੋਜ਼ੀਟਿਵ ਦੇ ਵਿੱਚ ਅਸੀਂ ਗੱਲ ਕਰ ਰਹੇ ਹਾਂ ਪੁੱਤਰ ਹਾਊ ਮੱਚ will a new petrol tax raise the price of the petrol। ਜਦੋਂ ਪੈਟਰੋਲ ਦੇ ਉੱਪਰ ਟੈਕਸ ਲੱਗੇਗਾ ਤਾਂ ਉਹਦੇ ਨਾਲ ਪ੍ਰਾਈਸ ਕਿੰਨਾ ਵਧੇਗਾ। ਨਾਲ ਹੀ ਅਸੀਂ ਨੋਰਮੇਟਿਵ ਦੀ ਗੱਲ ਕਰਦੇ ਹਾਂ ਪੁੱਤਰ ਜੀ ਕਿ ਪੈਟਰੋਲ ਦੇ ਉੱਪਰ ਨਵਾਂ ਟੈਕਸ ਲਗਾਉਣਾ ਚਾਹੀਦਾ ਹੈ। ਪੋਜ਼ੀਟਿਵ ਦੇ ਵਿੱਚ ਅਸੀਂ ਗੱਲ ਕਰਾਂਗੇ ਵਿਲ ਐਨ ਇਨਕਰੀਜ਼ ਇਨ ਦਾ ਮਿਨੀਮਮ ਵੇਜ ਇਨਕਰੀਜ਼ ਅਨਇੰਪਲੋਇਮੈਂਟ। ਜਦੋਂ ਮਿਨੀਮਮ ਵੇਜ ਇਨਕਰੀਜ਼ ਹੋਏਗੀ ਕਿ ਉਸ ਦੇ ਨਾਲ ਬੇਰੁਜ਼ਗਾਰੀ ਵਧੇਗੀ। ਦੂਜੀ ਸਾਈਡ ਅਸੀਂ ਨੋਰਮੇਟਿਵ ਸਾਇੰਸ ਦੇ ਵਿੱਚ ਗੱਲ ਕਰਾਂਗੇ ਸ਼ੁੱਡ ਦੇਅਰ ਬੀ ਐਨ ਇਨਕਰੀਜ਼ ਇਨ ਦਾ ਮਿਨੀਮਮ ਵੇਜ, ਕੀ ਸਾਨੂੰ ਮਿਨੀਮਮ ਵੇਜ ਦੇ ਵਿੱਚ ਇਨਕਰੀਜ਼ ਕਰਨਾ ਚਾਹੀਦਾ ਹੈ। ਸੋ ਕੀ ਹੈ ਉਹ ਪੋਜ਼ੀਟਿਵ ਸਾਇੰਸ ਹੈ, ਕੀ ਹੋਣਾ ਚਾਹੀਦਾ ਹੈ ਦੈਟ ਇਜ਼ ਨੋਰਮੇਟਿਵ ਸਾਇੰਸ। ਸੋ ਇਕਨੋਮਿਕਸ ਇਜ਼ ਪੋਜ਼ੀਟਿਵ ਐਜ਼ ਵੈਲ ਐਜ਼ ਨੋਰਮੇਟਿਵ ਸਾਇੰਸ। ਦੈਨ ਬੇਟਾ ਇਹ ਡੈਫੀਨੇਸ਼ਨ ਹੈ ਸਿੰਪਲ ਨੀਡਸ ਐਂਡ ਵਾਂਟਸ ਦੀ। ਵਟ ਇਜ਼ ਦ ਮੀਨਿੰਗ ਆਫ ਵਾਂਟਸ? So human wants are unlimited, but we live in a world of limited resources। that's why there is a problem of scarcity। scarce resources ਨੂੰ ਅਸੀਂ ਕਿਸ ਤਰ੍ਹਾਂ ਯੂਜ਼ ਕਰਨਾ ਆਪਣੀਆਂ ਅਨਲਿਮਿਟਡ ਡਿਮਾਂਡਸ ਐਂਡ ਨੀਡਸ ਨੂੰ ਬੈਲੈਂਸ ਕਰਨ ਦੇ ਲਈ, that is economics। so this is important for sure note ਬੇਟਾ। difference between micro and macro economics। ਬੇਟਾ ਆਪਾਂ ਪਹਿਲੇ ਚੈਪਟਰ ਦੇ ਵਿੱਚ ਹੀ ਕੀਤਾ ਸੀ ਮਾਈਕਰੋ ਇਕਨੋਮਿਕਸ ਇਜ਼ ਅ ਸਟੱਡੀ ਆਫ ਇੰਡੀਵਿਜੂਅਲ ਯੂਨਿਟ, ਜਦੋਂ ਕਿ ਮੈਕਰੋ ਇਕਨੋਮਿਕਸ ਹੈ ਉਹ whole economy ਦੀ ਸਟੱਡੀ ਹੈ ਬੇਟਾ। so these are 6 points of difference। microeconomics it studies the individual unit, macroeconomics it studies the whole economy or large groups। second point ਹੈ ਬੇਟਾ ਜੀ loss related to marginal analysis are included in the scope। ਮਾਈਕਰੋਇਕਨੋਮਿਕਸ ਦੇ ਵਿੱਚ ਜਦੋਂ ਅਸੀਂ ਮਾਰਜਨਲ ਐਨਾਲਿਸਿਸ ਕਰਦੇ ਹਾਂ ਉਸਦਾ ਸਕੋਪ ਆ ਬੇਟਾ ਜੀ ਉਹ ਇਨਕਲੂਡਡ ਹੁੰਦਾ ਹੈਗਾ, ਜਦੋਂ ਕਿ ਹੋਲ ਇਕੋਨਮੀ ਦੀਆਂ ਜਿਹੜੀਆਂ ਪ੍ਰੋਬਲਮਸ ਨੇ ਇੰਪਲਾਇਮੈਂਟ, ਪਬਲਿਕ ਫਾਈਨਾਂਸ, ਨੈਸ਼ਨਲ ਇਨਕਮ, ਇਹ ਸਾਰੀਆਂ ਬੇਟਾ ਇਹ ਸਾਰੀਆਂ ਸਕੋਪ ਹੈਗੀਆਂ ਮੈਕਰੋ ਇਕਨੋਮਿਕਸ ਦਾ। ਥਰਡ ਪੁਆਇੰਟ ਹੈ ਬੇਟਾ ਜੀ ਮਾਈਕਰੋ ਇਕਨੋਮਿਕਸ ਹੈ ਜਿਹੜੀ ਉਹ ਪ੍ਰੋਵਾਈਡ ਕਰਦੀ ਹੈ ਸਾਨੂੰ ਇਨਫੋਰਮੇਸ਼ਨ ਰਿਲੇਟਡ ਟੂ ਇੰਡੀਵਿਜੂਅਲ ਪ੍ਰਾਈਸ, ਇੰਡੀਵਿਜੂਅਲ ਕੰਜੰਪਸ਼ਨ ਐਂਡ ਪ੍ਰੋਡਕਸ਼ਨ। ਮੈਕਰੋ ਇਕਨੋਮਿਕਸ ਪ੍ਰੋਵਾਈਡਸ ਦ ਇਨਫੋਰਮੇਸ਼ਨ ਰਿਲੇਟਿੰਗ ਟੂ ਨੈਸ਼ਨਲ ਇਨਕਮ, ਟੋਟਲ ਆਊਟਪੁੱਟ। ਹੋਲ ਸਟੱਡੀ ਹੈ ਬੇਟਾ ਇੱਕ ਇੰਡੀਵਿਜੂਅਲ ਪਰਸਨ ਦੀ ਗੱਲ ਨਹੀਂ ਹੋਏਗੀ, ਮੈਕਰੋ ਇਕਨੋਮਿਕਸ ਦੇ ਵਿੱਚ ਪੂਰੀ ਇਕੋਨਮੀ ਦੀ ਗੱਲ ਹੋਏਗੀ। ਦੈਨ ਉਸ ਤੋਂ ਬਾਅਦ ਮਾਈਕਰੋ ਇਕਨੋਮਿਕਸ ਹੈ ਜਿਹੜਾ ਐਨਾਲਿਸਿਸ ਉਹ ਇੱਕ ਸਿੰਪਲ ਐਨਾਲਿਸਿਸ ਹੈ ਬੇਟਾ ਜੀ, ਜਦੋਂ ਕਿ ਮੈਕਰੋ ਇਕਨੋਮਿਕਸ ਦਾ ਐਨਾਲਿਸਿਸ ਇਜ਼ ਵੈਰੀ ਕੰਪਲੈਕਸ ਕਿਉਂਕਿ ਉਸ ਦੇ ਵਿੱਚ ਲਾਰਜ ਗਰੁੱਪਸ ਦੀ ਸਟੱਡੀ ਹੁੰਦੀ ਹੈ। ਦੈਨ ਮਾਈਕਰੋ ਇਕਨੋਮਿਕਸ ਪਰਟੀਕੂਲਰਲੀ ਫੋਕਸ ਔਨ ਪ੍ਰਾਈਸ ਐਨਾਲਿਸਿਸ। ਮਾਈਕਰੋ ਇਕਨੋਮਿਕਸ ਦੇ ਵਿੱਚ ਅਸੀਂ ਬੇਸਿਕਲੀ ਪ੍ਰਾਈਸ ਡਿਟਰਮੀਨੇਸ਼ਨ ਦੀ ਗੱਲ ਕਰਾਂਗੇ, ਜਦੋਂ ਕਿ ਮੈਕਰੋ ਇਕਨੋਮਿਕਸ ਦੇ ਵਿੱਚ ਸਾਡਾ ਫੋਕਸ ਹੋਏਗਾ ਬੇਟਾ ਜੀ ਇਨਕਮ ਐਨਾਲਿਸਿਸ ਦੇ ਉੱਪਰ। ਐਂਡ ਲਾਸਟ ਪੁਆਇੰਟ ਇਜ਼ ਮਾਈਕਰੋ ਇਕਨੋਮਿਕਸ ਸਟੱਡੀਜ਼ ਇੰਡੀਵਿਜੂਅਲ ਪ੍ਰੋਬਲਮਸ ਐਂਡ ਇਟ ਇਜ਼ ਲੈਸ ਇੰਪੋਰਟੈਂਟ ਫॉर ਕੰਪੈਰੀਟਿਵ ਸਟੱਡੀ। ਕੰਪੈਰੀਟਿਵ ਸਟੱਡੀ ਦੀ ਗੱਲ ਨਹੀਂ ਕਰਾਂਗੇ ਬੇਟਾ ਇਹਦੇ ਵਿੱਚ, ਕਿਉਂਕਿ ਇਹਦੇ ਵਿੱਚ ਅਸੀਂ ਇੰਡੀਵਿਜੂਅਲ ਪ੍ਰੋਬਲਮਸ ਨੂੰ ਸੋਲਵ ਕਰਦੇ ਹਾਂ। ਮੈਕਰੋ ਇਕਨੋਮਿਕਸ ਦੇ ਵਿੱਚ ਅਸੀਂ ਪੂਰੀਆਂ ਇਕੋਨਮੀਜ਼ ਦੀਆਂ ਪ੍ਰੋਬਲਮਸ ਨੂੰ ਸਟੱਡੀ ਕਰਦੇ ਹਾਂ ਬੇਟਾ। ਸੋ ਦੈਟਸ ਵਾਈ ਇਟ ਇਜ਼ ਵੈਰੀ ਇੰਪੋਰਟੈਂਟ ਫॉर द
development of the economy. So this is our first question beta. Thank you.